ਕਦੇ ਸੋਚਿਆ ਹੈ ਕਿ ਉਸ ਚੀਜ਼ ਨੂੰ ਕਿਵੇਂ ਸਮਝਿਆ ਜਾਵੇ ਜਿਹੜੀ ਸਮਝ ਤੋਂ ਹੀ ਪਰੇ ਹੋਵੇ? ਮਤਲਬ ਉਹ ਸੱਚ ਜਿਸ ਨੂੰ ਸ਼ਬਦਾਂ ਵਿੱਚ ਬੰਨਿਆ ਹੀ ਨਹੀਂ ਜਾ ਸਕਦਾ। ਵੈਲ, ਜਪੁਜੀ ਸਾਹਿਬ ਦਾ ਜਿਹੜਾ ਪੂਰਾ ਦਰਸ਼ਨ ਹੈ ਨਾ, ਉਹ ਇਸੇ ਬੁਨਿਆਦੀ ਸਵਾਲ ਤੋਂ ਸ਼ੁਰੂ ਹੁੰਦਾ ਹੈ। ਤਾਂ ਚਲੋ ਫਿਰ ਅੱਜ ਆਪਾਂ ਇਸੇ ਗਹਿਰੇ ਸਫ਼ਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਦੇਖੋ, ਸਭ ਤੋਂ ਪਹਿਲਾਂ ਤਾਂ ਸਾਨੂੰ ਉਸ ਚੁਣੌਤੀ ਨੂੰ ਸਮਝਣਾ ਪੈਣਾ ਜਿਸ ਦਾ ਸਾਹਮਣਾ ਸਾਡੀ ਸੋਚ ਕਰਦੀ ਹੈ। ਇਸ ਨੂੰ ਨਾ ਇੰਜ ਸਮਝ ਕੇ ਦੇਖੋ ਜਿਵੇਂ ਕੋਈ ਇੱਕ ਨਿੱਕੀ ਜੀ ਚੁੱਲ੍ਹੀ ਨਾਲ ਪੂਰੇ ਦੇ ਪੂਰੇ ਸਮੁੰਦਰ ਨੂੰ ਮਾਪਣ ਦੀ ਕੋਸ਼ਿਸ਼ ਕਰ ਰਿਹਾ ਹੋਵੇ। ਹੋ ਸਕਦਾ ਹੈ? ਬਿਲਕੁਲ ਨਹੀਂ। ਬਸ ਕੁਝ ਇਹੋ ਜਿਹਾ ਹੀ ਹਾਲ ਸਾਡੇ ਇਸ ਛੋਟੇ ਜਿਹੇ ਸੀਮਿਤ ਮਨ ਦਾ ਹੈ ਜਦੋਂ ਉਸ ਬੇਅੰਤ ਨੂੰ, ਉਸ ਅਸੀਮ ਨੂੰ ਸਮਝਣ ਨਿਕਲਦਾ ਹੈ। ਦੇਖੋ, ਇਹ ਜਿਹੜੀਆਂ ਸਤਰਾਂ ਨੇ, ਇਹ ਸਿਰਫ ਕਵਿਤਾ ਨਹੀਂ ਹੈਗੀਆਂ, ਸਗੋਂ ਇਹ ਤਾਂ ਸਾਡੀ ਇਨਸਾਨੀ ਬੁੱਧੀ ਦੀਆਂ ਹੱਦਾਂ ਵੱਲ ਇੱਕ ਬਹੁਤ ਹੀ ਸਾਫ਼ ਇਸ਼ਾਰਾ ਕਰਦੀਆਂ ਨੇ। ਇਹ ਸਾਨੂੰ ਵਾਰ-ਵਾਰ ਯਾਦ ਦਿਲਵਾਉਂਦੀਆਂ ਨੇ ਕਿ ਕੁਝ ਸੱਚਾਈਆਂ ਅਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ, ਅਨੁਭਵ ਕੀਤਾ ਜਾ ਸਕਦਾ, ਪਰ ਬਿਆਨ ਨਹੀਂ ਕੀਤਾ ਜਾ ਸਕਦਾ। ਸਿੱਧਾ ਮਤਲਬ ਇਹ ਹੈ ਕਿ ਸਾਡੀਆਂ ਅੱਖਾਂ, ਸਾਡੇ ਕੰਨ, ਇੱਥੋਂ ਤੱਕ ਕਿ ਸਾਡਾ ਦਿਮਾਗ ਵੀ ਉਸ ਬੇਅੰਤ ਨੂੰ ਨਾਪਣ ਦੇ ਕਾਬਿਲ ਹੀ ਨਹੀਂ ਹੈ। ਤਾਂ ਫਿਰ ਇੱਥੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜੇ ਉਹ ਸੱਚ ਸਾਡੀ ਸੋਚ ਤੇ ਸ਼ਬਦਾਂ ਦੀ ਪਕੜ ਤੋਂ ਹੀ ਬਾਹਰ ਹੈ, ਤਾਂ ਫਿਰ ਕੀ ਉਸ ਨਾਲ ਜੁੜਨ ਦਾ ਕੋਈ ਰਸਤਾ ਹੈ ਵੀ ਜਾਂ ਨਹੀਂ? ਇਹੀ ਉਹ ਕੇਂਦਰੀ ਬੁਝਾਰਤ ਹੈ, ਉਹ ਪਜ਼ਲ ਹੈ ਜਿਸ ਦਾ ਹੱਲ ਗੁਰੂ ਨਾਨਕ ਸਾਹਿਬ ਦਾ ਫਲਸਫਾ ਸਾਡੇ ਸਾਹਮਣੇ ਰੱਖਦਾ ਹੈ। ਪਰ ਰੁਕੋ, ਇਸ ਸਵਾਲ ਦੇ ਜਵਾਬ ਵੱਲ ਵਧਣ ਤੋਂ ਪਹਿਲਾਂ ਨਾ, ਬਾਣੀ ਇੱਕ ਬਿਲਕੁਲ ਵੱਖਰੀ ਕਿਸਮ ਦੀ ਕੀਮਤ, ਇੱਕ ਵੱਖਰੀ ਵੈਲਿਊ ਸਥਾਪਿਤ ਕਰਦੀ ਹੈ। ਸੋਚ ਕੇ ਦੇਖੋ, ਇੱਕ ਪਾਸੇ ਸੋਨੇ ਚਾਂਦੀ ਦੇ ਪਹਾੜਾਂ ਵਰਗੇ ਢੇਰ ਪਏ ਨੇ ਤੇ ਦੂਜੇ ਪਾਸੇ ਇੱਕ ਨਿਮਾਣਾ ਜਿਹਾ ਭਗਤ ਹੈ ਜਿਸ ਨੇ ਉਸ ਬੇਅੰਤ ਨੂੰ ਆਪਣੇ ਮਨ ਵਿੱਚ ਵਸਾਇਆ ਹੋਇਆ। ਤਾਂ ਬਾਣੀ ਕੀ ਕਹਿੰਦੀ ਹੈ? ਬਾਣੀ ਕਹਿੰਦੀ ਹੈ ਕਿ ਉਸ ਇੱਕ ਮਨੁੱਖ ਦਾ ਮੁੱਲ ਦੁਨੀਆ ਦੀ ਸਾਰੀ ਦੌਲਤ ਤੋਂ ਕਿਤੇ ਜ਼ਿਆਦਾ ਵੱਧ ਹੈ। ਸੋ ਸਵਾਲ ਉਹੀ ਹੈ, ਜੇਕਰ ਆਪਣੀ ਅਕਲ ਨਾਲ, ਆਪਣੀ ਬੁੱਧੀ ਨਾਲ ਉਸ ਨੂੰ ਪਾਇਆ ਹੀ ਨਹੀਂ ਜਾ ਸਕਦਾ, ਤਾਂ ਫਿਰ ਰਸਤਾ ਕੀ ਹੈ? ਵੈਲ, ਜਵਾਬ ਇੱਕ ਬਿਲਕੁਲ ਵੱਖਰੇ ਮਾਰਗ ਵਿੱਚ ਹੈ। ਇਹ ਮਾਰਗ ਦਿਮਾਗੀ ਤਰਕ ਵਿਤਰਕ ਜਾਂ ਬਹਿਸ ਦਾ ਹੈ ਹੀ ਨਹੀਂ। ਇਹ ਤਾਂ ਮਨ ਦੇ ਅੰਦਰ ਇੱਕ ਅਜਿਹੀ ਸ਼ਾਂਤੀ, ਇੱਕ ਖੁੱਲਾਪਣ ਪੈਦਾ ਕਰਨ ਬਾਰੇ ਹੈ ਜਿੱਥੇ ਸੱਚ ਦੀ ਆਵਾਜ਼ ਆਪਣੇ ਆਪ ਸੁਣਾਈ ਦੇ ਸਕੇ। ਅਤੇ ਇਸੇ ਰਸਤੇ ਦਾ ਨਾਂ ਹੈ ਸੁਣਿਆ। ਦੇਖੋ, ਇਸ ਸੁਣਿਆ ਸ਼ਬਦ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਹ ਸਿਰਫ ਕੰਨਾਂ ਨਾਲ ਸੁਣਨ ਦਾ ਕੰਮ ਨਹੀਂ ਹੈ। ਨਹੀਂ, ਇਹ ਤਾਂ ਚੇਤਨਾ ਦਾ, ਕੌਨਸ਼ੀਅਸਨੈਸ ਦਾ ਖੁੱਲ੍ਹਣਾ ਹੈ। ਇਹ ਇੱਕ ਅਜਿਹੀ ਸਟੇਟ ਹੈ, ਇੱਕ ਅਜਿਹੀ ਅਵਸਥਾ ਜਿੱਥੇ ਮਨ ਬਿਲਕੁਲ ਸ਼ਾਂਤ ਹੋ ਕੇ ਬਿਨਾਂ ਕਿਸੇ ਪਹਿਲਾਂ ਤੋਂ ਬਣਾਈ ਧਾਰਨਾ ਦੇ ਬ੍ਰਹਿਮੰਡੀ ਗਿਆਨ ਨੂੰ ਗ੍ਰਹਿਣ ਕਰਨ ਲਈ ਤਿਆਰ ਹੋ ਜਾਂਦਾ ਹੈ। ਅਸਲ ਵਿੱਚ ਇਹ ਤਾਂ ਜ਼ਿੰਦਗੀ ਨੂੰ ਇੱਕ ਬਿਲਕੁਲ ਨਵੇਂ ਨਜ਼ਰੀਏ ਨਾਲ ਦੇਖਣ ਦਾ ਤਰੀਕਾ ਹੈ। ਅਸਲ ਵਿੱਚ ਜਪੁਜੀ ਸਾਹਿਬ ਦਾ ਦਿਲ, ਉਸ ਦਾ ਸੈਂਟਰ, ਅਗਲੀਆਂ 4 ਪੌੜੀਆਂ ਵਿੱਚ ਹੀ ਧੜਕਦਾ ਹੈ। ਇਹ ਪੌੜੀਆਂ ਸਾਨੂੰ ਸੁਣਿਆਂ ਦੇ ਅਭਿਆਸ ਦਾ ਇੱਕ ਪ੍ਰੈਕਟੀਕਲ ਰੋਡ ਮੈਪ ਦਿੰਦੀਆਂ ਨੇ। ਇਹ ਦੱਸਦੀਆਂ ਨੇ ਕਿ ਇਸ ਡੂੰਘੇ ਸੁਣਨ ਨਾਲ ਆਖਿਰ ਕਿਹੜੇ ਅਧਿਆਤਮਿਕ ਫਲ, ਕਿਹੜੇ ਗਿਫਟਸ ਮਿਲਦੇ ਨੇ। ਇਸ ਨੂੰ ਨਾ ਇੱਕ ਪਹਾੜ ਚੜ੍ਹਨ ਵਾਂਗ ਸਮਝ ਕੇ ਦੇਖੋ। ਜਿੰਨਾ ਕੋਈ ਉੱਚਾ ਜਾਂਦਾ ਹੈ, ਓਨਾ ਹੀ ਦੂਰ ਤੱਕ ਦਾ ਨਜ਼ਾਰਾ ਸਾਫ਼ ਹੁੰਦਾ ਜਾਂਦਾ ਹੈ ਨਾ? ਬਿਲਕੁਲ ਇਸੇ ਤਰ੍ਹਾਂ ਜਿੰਨਾ ਡੂੰਘਾ ਕੋਈ ਸੁਣਦਾ ਹੈ, ਉਨੀ ਹੀ ਉੱਚੀ ਅਧਿਆਤਮਿਕ ਅਵਸਥਾ ਦੀ ਸਮਝ ਆਉਣ ਲੱਗਦੀ ਹੈ। ਅਤੇ ਇਹ ਉਹੀ ਅਵਸਥਾ ਹੈ ਜਿਸ ਨੂੰ ਪਾਉਣ ਲਈ ਵੱਡੇ ਯੋਗੀ ਸਦੀਆਂ ਤੱਕ ਤਪੱਸਿਆ ਕਰਦੇ ਰਹਿੰਦੇ ਸਨ। ਅੱਛਾ, ਇਹ ਬ੍ਰਹਮੰਡੀ ਵਿਵਸਥਾ ਹੈ ਕੀ? ਸਿੰਪਲ ਜੀ ਗੱਲ ਹੈ, ਇਹ ਉਹ ਕੁਦਰਤੀ ਨਿਯਮ ਹੈ ਜਿਸ ਨਾਲ ਸੂਰਜ ਚੜ੍ਹਦਾ ਅਤੇ ਡੁੱਬਦਾ ਹੈ, ਰੁੱਤਾਂ ਬਦਲਦੀਆਂ ਨੇ, ਸਭ ਕੁਝ ਆਪਣੇ ਆਪ ਚੱਲ ਰਿਹਾ ਹੈ। ਜਦੋਂ ਕੋਈ ਡੂੰਘਾ ਸੁਣਨਾ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਇਸ ਪੂਰੇ ਕਾਸਮੋਸ ਦੇ ਚੱਲਣ ਦਾ ਤਰੀਕਾ ਅਤੇ ਇਸ ਵਿੱਚ ਆਪਣੀ ਥਾਂ ਕੀ ਹੈ, ਇਸ ਦੀ ਸਮਝ ਆਣੀ ਸ਼ੁਰੂ ਹੋ ਜਾਂਦੀ ਹੈ। ਯਾਦ ਰੱਖਣਾ, ਇਹ ਸਿਰਫ ਇਨਫੋਰਮੇਸ਼ਨ ਨਹੀਂ ਹੈ, ਇਹ ਤਾਂ ਹਕੀਕਤ ਦਾ ਸਿੱਧਾ ਅਹਿਸਾਸ ਹੈ। ਇੱਥੋਂ ਫਿਰ ਇਹ ਯਾਤਰਾ ਬਾਹਰੋਂ ਅੰਦਰ ਵੱਲ ਮੁੜ ਜਾਂਦੀ ਹੈ। ਸੱਚ, ਸੰਤੋਖ, ਗਿਆਨ, ਇਹ ਜਿਹੜੇ ਗੁਣ ਨੇ, ਇਹ ਕੋਈ ਬਾਹਰੋਂ ਖਰੀਦੀਆਂ ਜਾਣ ਵਾਲੀਆਂ ਚੀਜ਼ਾਂ ਨਹੀਂ, ਸਗੋਂ ਸੁਣੇ ਦੇ ਅਭਿਆਸ ਨਾਲ ਇਹ ਅੰਦਰੋਂ ਹੀ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ। ਇਹ ਇੱਕ ਰੂਹਾਨੀ ਜੀਵਨ ਲਈ ਬੁਨਿਆਦ ਨੇ ਤੇ ਇਸ ਯਾਤਰਾ ਦੇ ਨੈਚੁਰਲ ਸਟੈਪਸ ਨੇ। ਅਤੇ ਫਿਰ ਆਉਂਦੀ ਹੈ ਇਸ ਸੁਣੀਏ ਦੇ ਮਾਰਗ ਦੀ ਸਿਖਰ, ਇਸ ਦਾ ਕਲਾਈਮੈਕਸ। ਇੱਥੇ ਪਹੁੰਚ ਕੇ ਨਾ ਚੰਗਾ ਬਣਨ ਲਈ ਕੋਸ਼ਿਸ਼ ਨਹੀਂ ਕਰਨੀ ਪੈਂਦੀ, ਨੇਕੀ ਸਗੋਂ ਸੁਭਾਅ ਦਾ ਹਿੱਸਾ ਬਣ ਜਾਂਦੀ ਹੈ। ਇਹ ਬਿਲਕੁਲ ਉਵੇਂ ਹੈ ਜਿਵੇਂ ਕੋਈ ਆਪਣੀ ਛੋਟੀ ਜੀ ਮੈਂ ਨੂੰ ਛੱਡ ਕੇ ਉਸ ਬ੍ਰਹਿਮੰਡੀ ਗੁਣਾਂ ਦੇ ਸਾਗਰ ਵਿੱਚ ਪੂਰੀ ਤਰ੍ਹਾਂ ਇੱਕ ਹੋ ਜਾਵੇ। ਤਾਂ ਜੇਕਰ ਆਪਾਂ ਇਨ੍ਹਾਂ 4 ਪੌੜੀਆਂ ਦਾ ਸਾਰ ਕੱਢੀਏ ਤਾਂ ਪਤਾ ਕੀ ਲੱਗਦਾ ਹੈ? ਸੁਣਿਆਂ ਦੇ ਫਲ ਸਿਰਫ ਰੂਹਾਨੀ ਨਹੀਂ ਬਲਕਿ ਬਹੁਤ ਹੀ ਪ੍ਰੈਕਟੀਕਲ ਵੀ ਨੇ। ਮਨ ਦੀ ਸ਼ਾਂਤੀ, ਰਿਸ਼ਤਿਆਂ ਵਿੱਚ ਸੁਧਾਰ ਅਤੇ ਇੱਕ ਜ਼ਿਆਦਾ ਸੰਤੁਸ਼ਟ, ਕੰਟੈਂਟਡ ਲਾਈਫ ਜਿਉਣ ਦੀ ਸਮਰੱਥਾ, ਇਹ ਸਭ ਕੁਝ ਇਸ ਡੂੰਘੇ ਸੁਣਨ ਦੇ ਅਭਿਆਸ ਨਾਲ ਆਪਣੇ ਆਪ ਜੁੜ ਜਾਂਦਾ ਹੈ। ਪਰ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ। ਸੁਣਿਆ ਰਾਹੀਂ ਮਿਲਣ ਵਾਲੇ ਇਹਨਾਂ ਸਾਰੇ ਤੋਹਫਿਆਂ ਨੂੰ ਸਮਝਣ ਤੋਂ ਬਾਅਦ ਇਹ ਜਾਣਨਾ ਵੀ ਬਹੁਤ ਜ਼ਰੂਰੀ ਹੈ ਕਿ ਇਹ ਸਫ਼ਰ ਇੱਥੇ ਰੁਕਦਾ ਨਹੀਂ। ਸੱਚ ਤਾਂ ਇਹ ਹੈ ਕਿ ਸੁਣਿਆ ਤਾਂ ਅਗਲੇ ਇਸ ਤੋਂ ਵੀ ਵੱਡੇ ਕਦਮ ਦੀ ਬਸ ਇੱਕ ਨੀਂਹ ਹੈ।
ਅਤੇ ਇਹ ਪ੍ਰੋਸੈਸ ਕੋਈ ਥਿਓਰੈਟੀਕਲ ਫਾਰਮੂਲਾ ਨਹੀਂ, ਸਗੋਂ ਇੱਕ ਬਿਲਕੁਲ ਕੁਦਰਤੀ ਨੈਚੁਰਲ ਪ੍ਰਕਿਰਿਆ ਹੈ। ਦੇਖੋ, ਸਭ ਤੋਂ ਪਹਿਲਾਂ ਗਿਆਨ ਦੀ ਆਵਾਜ਼ ਅੰਦਰ ਜਾਂਦੀ ਹੈ, ਇਹ ਹੈ ਸੁਣਿਆ। ਫਿਰ ਦਿਲ ਉਸ ਨੂੰ ਪੂਰੀ ਤਰ੍ਹਾਂ ਬਿਨਾਂ ਕਿਸੇ ਸ਼ੱਕ ਦੇ ਕਬੂਲ ਕਰਦਾ ਹੈ, ਇਹ ਹੈ ਮੰਨਿਆ। ਅਤੇ ਅੰਤ ਵਿੱਚ ਉਸ ਸੱਚ ਤੇ ਧਿਆਨ ਇੰਨਾ ਟਿਕ ਜਾਂਦਾ ਹੈ ਕਿ ਉਹ ਸਿੱਧਾ ਅਨੁਭਵ, ਇੱਕ ਡਾਇਰੈਕਟ ਐਕਸਪੀਰੀਅੰਸ ਬਣ ਜਾਂਦਾ ਹੈ। ਇਸ ਨੂੰ ਕਿਹਾ ਧਿਆਨੂ। ਹੁਣ ਇਸ ਸਾਰੀ ਗੱਲ ਨੂੰ ਆਪਾਂ ਜੋੜ ਕੇ ਵੇਖਦੇ ਹਾਂ। ਆਪਾਂ ਵਾਪਸ ਉੱਥੇ ਹੀ ਚੱਲਦੇ ਹਾਂ ਜਿੱਥੋਂ ਸ਼ੁਰੂ ਕੀਤਾ ਸੀ। ਹੁਣ ਅਸੀਂ ਦੇਖਾਂਗੇ ਕਿ ਕਿਵੇਂ ਸੁਣਨ ਦਾ ਇਹ ਰਸਤਾ ਜਪੁਜੀ ਸਾਹਿਬ ਦੀ ਉਸ ਸਭ ਤੋਂ ਵੱਡੀ ਸਮੱਸਿਆ ਨੂੰ ਹੱਲ ਕਰਦਾ ਹੈ, ਯਾਨੀ ਕਿ ਉਸ ਨੂੰ ਕਿਵੇਂ ਜਾਣਿਆ ਜਾਵੇ ਜਿਸ ਨੂੰ ਜਾਣਿਆ ਨਹੀਂ ਜਾ ਸਕਦਾ। ਤਾਂ ਆਪਾਂ ਉਸੇ ਬੁਨਿਆਦੀ ਸਵਾਲ ਤੇ ਵਾਪਸ ਆ ਗਏ, ਇੱਕ ਇੰਨੀ ਸਿੰਪਲ ਜੀ ਕਿਰਿਆ ਸੁਣਨਾ। ਇਹ ਭਲਾ ਉਸ ਚੀਜ਼ ਨੂੰ ਜਾਣਨ ਵਿੱਚ ਕਿਵੇਂ ਮਦਦ ਕਰ ਸਕਦੀ ਹੈ ਜਿਹੜੀ ਸਾਡੀ ਸਮਝ ਦੀ ਪਕੜ ਤੋਂ ਹੀ ਬਾਹਰ ਹੈ? ਇਹ ਜਿਹੜਾ ਪੈਰਾਡੌਕਸ ਹੈ, ਇਹ ਜਿਹੜਾ ਵਿਰੋਧਾਭਾਸ ਹੈ, ਇਹੀ ਤਾਂ ਜਪੁਜੀ ਸਾਹਿਬ ਦੇ ਦਰਸ਼ਨ ਦਾ ਸੈਂਟਰ ਪੁਆਇੰਟ ਹੈ। ਅਤੇ ਇਸ ਦਾ ਜਵਾਬ ਬਹੁਤ ਹੀ ਸੂਖਮ ਹੈ, ਬਹੁਤ ਹੀ ਸਟਲ। ਕਦੇ ਕਿਸੇ ਕੰਮ ਵਿੱਚ ਇੰਨੇ ਡੁੱਬ ਗਏ ਹੋ ਕਿ ਸਮੇਂ ਦਾ ਤੇ ਇੱਥੋਂ ਤੱਕ ਕਿ ਆਪਣੇ ਆਪ ਦਾ ਅਹਿਸਾਸ ਹੀ ਨਾ ਰਿਹਾ ਹੋਵੇ। ਜਿਵੇਂ ਕੋਈ ਕਲਾਕਾਰ ਆਪਣੀ ਕਲਾ ਵਿੱਚ ਖੋ ਜਾਂਦਾ ਜਾਂ ਕੋਈ ਖਿਡਾਰੀ ਆਪਣੀ ਖੇਮ ਵਿੱਚ, ਉਸ ਨੂੰ ਜ਼ੋਨ ਵਿੱਚ ਹੋਣਾ ਕਹਿੰਦੇ ਨੇ। ਬਸ ਸੁਣਿਆ ਦੀ ਅਵਸਥਾ ਵਿੱਚ ਮੈਂ ਦਾ ਅਹਿਸਾਸ ਉਸੇ ਤਰ੍ਹਾਂ ਉਸ ਅਨੁਭਵ ਵਿੱਚ ਘੁਲ ਜਾਂਦਾ ਹੈ। ਤੇ ਜਦੋਂ ਮੈਂ ਹੀ ਨਹੀਂ ਰਹੀ ਤਾਂ ਫਿਰ ਹਕੀਕਤ ਨੂੰ ਜਾਣਨ ਵਾਲਾ ਕੌਣ ਰਹਿ ਗਿਆ? ਕੋਈ ਨਹੀਂ। ਉੱਥੇ ਸਿਰਫ ਤੇ ਸਿਰਫ ਹਕੀਕਤ ਦਾ ਅਨੁਭਵ ਹੀ ਬਾਕੀ ਰਹਿ ਜਾਂਦਾ ਹੈ। ਅਤੇ ਇਹੀ ਗੱਲ ਸਾਨੂੰ ਇਸ ਬਾਣੀ ਦੇ ਇੱਕ ਬਹੁਤ ਹੀ ਡੂੰਘੇ ਸਿੱਟੇ ਤੇ ਲਿਆ ਕੇ ਛੱਡਦੀ ਹੈ ਕਿ ਗਿਆਨ ਕੋਈ ਬਾਹਰੋਂ ਹਾਸਲ ਕਰਨ ਵਾਲੀ ਚੀਜ਼ ਨਹੀਂ, ਸਗੋਂ ਇਹ ਤਾਂ ਖੁਦ ਉਸ ਵਰਗਾ ਬਣਨ ਦਾ ਇੱਕ ਪ੍ਰੋਸੈਸ ਹੈ। ਜਦੋਂ ਜਾਣਨ ਵਾਲਾ, ਜਾਣਨ ਦੀ ਪ੍ਰਕਿਰਿਆ ਅਤੇ ਉਹ ਚੀਜ਼ ਜਿਸ ਨੂੰ ਜਾਣਿਆ ਜਾ ਰਿਹਾ ਹੈ, ਜਦੋਂ ਇਹ ਤਿੰਨੇ ਇੱਕੋ ਜਾਂਦੇ ਨੇ, ਉਦੋਂ ਹੀ ਅਸਲ ਗਿਆਨ ਹੁੰਦਾ ਹੈ, ਉਦੋਂ ਹੀ ਅਸਲ ਸਮਝ ਆਉਂਦੀ ਹੈ।